ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲੈਸਨ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 8ਵੀਂ ਕਲਾਸ ਦਾ ਅਸੀਂ ਅਧਿਆਇ ਚੌਥਾ ਜਿਹੜਾ ਪ੍ਰੈਕਟੀਕਲ ਜਿਓਮੈਟਰੀ ਹੈ, ਪ੍ਰਯੋਗਾਤਮਕ ਜਿਓਮੈਟਰੀ, ਉਹ ਅਸੀਂ ਕਰ ਰਹੇ ਹਾਂ। ਤਾਂ ਲਾਸਟ ਐਕਸਰਸਾਈਜ਼ ਦੇ ਲਾਸਟ ਵੀਡੀਓ ਦੇ ਵਿੱਚ ਅਭਿਆਸ 4.2 ਦਾ ਅਸੀਂ ਕੁਐਸਚਨ ਜਿਹੜਾ ਕੀਤਾ ਸੀ। ਤਾਂ ਅੱਜ 4.2 ਅਭਿਆਸ ਦਾ ਅਸੀਂ ਇੱਕ ਹੋਰ ਕੁਐਸਚਨ ਕਰਾਂਗੇ। ਤਾਂ ਆਓ ਸਭ ਤੋਂ ਪਹਿਲਾਂ ਦੇਖਦੇ ਹਾਂ 4.2 ਅਭਿਆਸ। ਅਭਿਆਸ 4.2 ਦਾ ਫਰਸਟ ਕੁਐਸਚਨ ਜਿਹੜਾ ਆਪਾਂ ਲਾਸਟ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਤਾਂ ਸੈਕੰਡ ਕੁਐਸਚਨ ਵੀ ਉਸੇ ਢੰਗ ਦੇ ਨਾਲ ਹੋਣਾ ਸੀ। ਥਰਡ ਜਿਹੜਾ ਤੀਜਾ ਸਵਾਲ ਹੈ ਕਿਸੇ ਸਟੂਡੈਂਟ ਵੱਲੋਂ ਵੀ ਪੁੱਛਿਆ ਗਿਆ ਹੈ। ਤੀਜੇ ਸਵਾਲ ਨੂੰ ਅਸੀਂ ਅੱਜ ਕਰਾਂਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਥੋੜੀ ਜੀ ਦਰੁਸਤੀ ਕਰਨੀ ਹੈ। ਅਸਲ 'ਚ ਸਮਲੰਬ ਚਤੁਰਭੁਜ ਨਹੀਂ ਹੈ, ਇੱਥੇ ਸਮ ਚਤੁਰਭੁਜ ਆਉਣਾ ਚਾਹੀਦਾ ਹੈ। ਠੀਕ ਹੈ, ਇਹ ਬਾਈ ਮਿਸਟੇਕ ਇੱਥੇ ਸਮਲੰਬ ਚਤੁਰਭੁਜ ਲਿਖਿਆ ਗਿਆ। ਇਹ ਸਮ ਚਤੁਰਭੁਜ ਹੈ BEND, ਜਿਹਦੇ ਵਿੱਚ ਸਾਨੂੰ ਦੋਨੋਂ ਵਿਕਰਨਾਂ ਦੀ ਲੰਬਾਈ ਜਿਹੜੀ ਦਿੱਤੀ ਹੋਈ ਹੈ। ਸਮ ਚਤੁਰਭੁਜ ਮਤਲਬ ਰੋਮਬਸ ਇਹਨੂੰ ਅਸੀਂ ਬੋਲਦੇ ਹਾਂ। ਠੀਕ ਹੈ, तो ਇਹਦੇ ਦੋਨੋਂ ਡਾਇਗਨਲ ਜਿਹੜੇ ਉਹ ਸਾਨੂੰ ਦਿੱਤੇ ਗਏ। ਇਹਨੂੰ ਕਿਸ ਢੰਗ ਦੇ ਨਾਲ ਇਹਨੂੰ ਅਸੀਂ ਕਰਾਂਗੇ ਪਰਫਾਰਮ, तो आओ देखते हैं। ਸੋ ਇਹ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਸਮ ਚਤੁਰਭੁਜ BEND, ਜਿਸ ਵਿੱਚ BN ਬਰਾਬਰ 5.6 ਸੈਂਟੀਮੀਟਰ ਅਤੇ DE ਬਰਾਬਰ 6.5 ਸੈਂਟੀਮੀਟਰ ਹੈ। ਠੀਕ ਹੈ, तो सब तो पहला ਅਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਅਸੀਂ ਇੱਕ ਰਫ ਚਿੱਤਰ ਜਿਹੜਾ ਬਣਾਣੇ ਹੁੰਦੇ ਆ। ਠੀਕ ਹੈ, ਰਫ ਚਿੱਤਰ ਅਸੀਂ ਬਣਾਵਾਂਗੇ, ਉਸ ਤੋਂ ਫਿਰ ਆਈਡੀਆ ਲੈ ਕੇ ਫਿਰ ਅਸੀਂ ਅਸਲੀ ਚਿੱਤਰ ਜਿਹੜਾ ਹੈ ਉਹ ਬਣਾਉਣਾ ਹੈ। ਠੀਕ ਹੈ, तो ਸਮ ਚਤੁਰਭੁਜ ਦੇ ਵਿੱਚ ਖਾਸੀਅਤ ਇਹ ਹੁੰਦੀ ਹੈ ਕਿ ਇਹਦੇ ਜਿਹੜੇ ਵਿਕਰਨ ਨੇ ਉਹ ਹਮੇਸ਼ਾ ਇੱਕ ਦੂਜੇ ਲੰਬ ਸਮਦੁਭਾਜਕ ਹੁੰਦੇ ਆ। ਭਾਵ ਸਮ ਚਤੁਰਭੁਜ ਦੇ ਜਿਹੜੇ ਵਿਕਰਨ ਹੈ, ਡਾਇਗਨਲਸ ਨੇ, ਉਹ ਇੱਕ ਦੂਜੇ ਨੂੰ ਕੱਟਦੇ ਵੀ ਹੈ, ਦੋ ਬਰਾਬਰ ਹਿੱਸਿਆਂ ਦੇ ਵਿੱਚ ਵੀ ਕੱਟਦੇ ਆ ਤੇ ਦੋਨੋਂ ਇੱਕ ਦੂਜੇ ਨੂੰ 90 ਡਿਗਰੀ ਦੇ ਉੱਤੇ ਕੱਟਦੇ ਆ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਰਫ ਜਿਹੜਾ ਚਿੱਤਰ ਉਹ ਬਣਾ ਲੈਂਦੇ ਆ। ਰਫ ਕਹਿਣ ਦਾ ਭਾਵ ਹੈ ਕਿ ਬਿਨਾਂ ਮਿਣਤੀ ਕੀਤੇ ਤੋਂ ਅਸੀਂ ਬਣਾਵਾਂਗੇ, ਫਿਰ ਉਸ ਤੋਂ ਬਾਅਦ ਬਿਲਕੁਲ ਐਕਚੁਅਲ ਅਸੀਂ ਮਿਣਤੀ ਕਰਕੇ ਬਣਾਵਾਂਗੇ। ਠੀਕ ਹੈ, तो ਕਿਉਂਕਿ ਇਹਦੇ ਜਿਹੜੇ ਡਾਇਗਨਲਸ ਆ ਉਹ ਇੱਕ ਦੂਸਰੇ ਨੂੰ ਬਾਈਸੈਕਟ ਕਰਦੇ ਆ ਤੇ 90 ਡਿਗਰੀ ਤੇ ਕੱਟ ਕਰਦੇ ਆ, तो ਇਹ ਸਮਝ ਲਓ ਸਾਡੇ ਕੋਲ ਡਾਇਗਨਲ ਹੋ ਗਏ ਸਮ ਚਤੁਰਭੁਜ ਦੇ। ਠੀਕ ਹੈ, तो ਹੁਣ ਇਹਦੀਆਂ ਅਸੀਂ ਭੁਜਾਵਾਂ ਜਿਹੜੀਆਂ ਉਹ ਬਣਾਵਾਂਗੇ। ठीक, तो मान लो ये साडे कोल ਜਿਹੜਾ ਚਤੁਰਭੁਜ ਹੈ ਸਮ ਚਤੁਰਭੁਜ ਹੈ BEND। ਠੀਕ ਹੈ, ਇਹਦੇ ਚ BN ਜਿਹੜਾ ਹੈ ਉਹ ਸਾਡੇ ਕੋਲ 5.6 ਹੈ, ਇਹਦੇ ਚ BN ਸਾਡੇ ਕੋਲ 5.6 ਹੈ ਔਰ DED ਇਹਨੂੰ ਅਸੀਂ ਲਿਖ ਦਿੰਦੇ ਹਾਂ, ਇਹਦੀ ਲੰਬਾਈ ਜਿਹੜੀ ਉਹ ਸਾਡੇ ਕੋਲ 6.5 ਹੈ। ਠੀਕ ਹੈ, तो BEND ਇਹ ਸਮ ਚਤੁਰਭੁਜ ਸਾਡੇ ਕੋਲ ਹੋਏਗਾ। ਇਹਦੇ ਵਿੱਚ ਹੁਣ ਇੱਕ ਦੇਖਣ ਵਾਲੀ ਚੀਜ਼ ਹੈ ਕਿ ED ਜਿਹੜਾ ਹੈ, ਇੱਕ ਤਾਂ ਇਹ ਦੋਨੋਂ ਇੱਕ ਦੂਜੇ ਨੂੰ 90 ਡਿਗਰੀ ਤੇ ਹੋਣਗੇ ਡਾਇਗਨਲ। ਠੀਕ ਹੈ, तो DE ਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ ਹੈ 6.5 ਸੈਂਟੀਮੀਟਰ। ਠੀਕ ਹੈ, 6.5 ਸੈਂਟੀਮੀਟਰ ਔਰ ਇਹਦੇ ਵਿੱਚ ਹੁਣ ਜਿਹੜਾ BN ਦੀ ਲੰਬਾਈ ਹੈ ਉਹ ਸਾਡੇ ਕੋਲ 5.6 ਹੈ। तो ਅਸੀਂ ਇਹਨੂੰ BN ਨੂੰ ਜੇਕਰ 5.6 ਦੇ ਅਸੀਂ ਦੋ ਪਾਰਟ ਕਰਦੇ ਹਾਂ, ਇਹਨਾਂ ਦੋਨੋਂ ਵਿਕਰਨਾਂ ਦਾ ਜਿਹੜਾ ਕਾਟ ਬਿੰਦੂ ਹੈ ਉਹਨੂੰ ਅਸੀਂ O ਮੰਨ ਲੈਂਦੇ ਹਾਂ। तो ਜੇਕਰ ਇਹ ਪੂਰੀ ਲੰਬਾਈ ਸਾਡੇ ਕੋਲ 5.6 ਸੈਂਟੀਮੀਟਰ ਹੈ, तो 5.6 ਨੂੰ ਜੇਕਰ ਅਸੀਂ 2 ਦੇ ਨਾਲ ਭਾਗ ਕਰਦੇ ਹਾਂ, ਇਹ ਸਾਡੇ ਕੋਲ ਬਣ ਜਾਂਦਾ ਹੈ 2.8 ਸੈਂਟੀਮੀਟਰ। ठीक है, तो कहने का भाव है जो OB हिस्सा है ये भी साडे कोल 2.8 सेंटीमीटर होएगा और जो साडे कोल ON पार्ट है ये भी 2.8 सेंटीमीटर होएगा। इस चीज़ को आपां यूज़ करना जो कंस्ट्रक्शन करनी है। ठीक है, तो आओ शुरू करते हैं आपां हुण कंस्ट्रक्शन। ये साडे कोल रफ चित्र हो गया आइडिया लैन वास्ते। हुण आपां बनाना है असली चित्र। उहदे च असीं सब तो पहला जिहड़ा ED विकर्ण है 6.5 सेंटीमीटर वो खिंचांगे, फिर ਅਸੀਂ ਉਸ ਦਾ ਅੱਧ ਕਰਾਂਗੇ ਤੇ ਇਹ BN ਜਿਹੜੇ ਬਿੰਦੂ ਹੈ ਉਹ ਅਸੀਂ ਕੱਟਾਂਗੇ ਲੰਬ ਸਮਦੁਭਾਜਕ ਦੇ ਉੱਤੇ। ਠੀਕ ਹੈ, ਆਓ ਦੇਖਦੇ ਹਾਂ। तो सब तो पहला ਅਸੀਂ ਇੱਥੇ ਇੱਕ ਰੇਖਾਖੰਡ ਜਿਹੜਾ ਲਗਾਵਾਂਗੇ ED 6.5 ਸੈਂਟੀਮੀਟਰ ਦਾ। ਠੀਕ ਹੈ, पाँच सेंटीमीटर। ठीक है, तो ਇਹਦਾ ਨਾਮ ਜਿਹੜਾ ਉਹ ਅਸੀਂ ਇੱਥੇ ਰੱਖ ਦਿਆਂਗੇ E ਤੇ ਇਹ ਬਿੰਦੂ ਸਾਡੇ ਕੋਲ D ਔਰ ਇਹਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ 6.5 ਸੈਂਟੀਮੀਟਰ ਹੈ, 6.5 ਸੈਂਟੀਮੀਟਰ। ठीक है, ਇਸ ਤੋਂ ਬਾਅਦ ਹੁਣ ਅਸੀਂ ਇਸ ਰੇਖਾਖੰਡ ਦਾ ਜਿਹੜਾ ਲੰਬ ਸਮਦੁਭਾਜਕ ਖਿੱਚਾਂਗੇ। ਲੰਬ ਸਮਦੁਭਾਜਕ ਅਸੀਂ ਪ੍ਰਕਾਰ ਦੀ ਵਰਤੋਂ ਕਰਕੇ ਬਣਾਵਾਂਗੇ।
ਇਹਦੇ ਲਈ ਪ੍ਰਕਾਰ ਨੂੰ ਅਸੀਂ ਇਸ ਰੇਖਾਖੰਡ ਦੇ ਅੱਧ ਤੋਂ ਥੋੜਾ ਜਿਹਾ ਵੱਧ ਜਿਹੜਾ ਉਹਨੂੰ ਖੋਲ ਲਵਾਂਗੇ। ਇੱਥੇ ਅਸੀਂ ਕੱਟ ਲਗਾ ਲੈਂਦੇ ਹਾਂ। ਇਸੇ ਢੰਗ ਦੇ ਨਾਲ ਦੂਸਰੀ ਸਾਈਡ ਜਿਹੜਾ ਕੱਟ ਅਸੀਂ ਲਗਾ ਸਕਦੇ ਹਾਂ। ਠੀਕ ਹੈ, ਹੁਣ ਪ੍ਰਕਾਰ ਨੂੰ ਅਸੀਂ ਇੰਨਾ ਹੀ ਖੁੱਲਾ ਰੱਖਣਾ ਹੈ ਤੇ ਦੂਜੇ ਪਾਸੇ ਵੀ ਇਸੇ ਢੰਗ ਦੇ ਨਾਲ ਕੱਟ ਜਿਹੜੇ ਅਸੀਂ ਲਗਾਵਾਂਗੇ। ਸੋ ਇੱਧਰ ਅਸੀਂ ਚਾਪ ਇਸ ਢੰਗ ਦੇ ਨਾਲ ਲਗਾਣੀ ਹੈ ਕਿ ਪਿਛਲੀ ਚਾਪ ਨੂੰ ਕੱਟੇ। ਇਸੇ ਢੰਗ ਦੇ ਨਾਲ ਉੱਪਰ ਵੀ ਅਸੀਂ ਚਾਪ ਲਗਾਵਾਂਗੇ। ਠੀਕ ਹੈ, तो ਹੁਣ ਇਹ ਦੋਨੋਂ ਜਿਹੜੇ ਸਾਡੇ ਕੋਲ ਪੁਆਇੰਟ ਆਫ ਇੰਟਰਸੈਕਸ਼ਨ ਆਏ ਨੇ, ਕਾਟ ਬਿੰਦੂ ਆਏ ਨੇ, ਇਹਨਾਂ ਨੂੰ ਜੁਆਇਨ ਜਦੋਂ ਅਸੀਂ ਕਰਾਂਗੇ ਤਾਂ ਸਾਡੇ ਕੋਲ ਲੰਬ ਸਮਦੁਭਾਜਕ ED ਦਾ ਖਿੱਚਿਆ ਜਾਏਗਾ। ਠੀਕ ਹੈ, ਤੇ ਇੱਥੇ ਅਸੀਂ ਇੱਕ ਜਿਹੜੀ ਰੇਖਾ, तो ਇਹ ਸਾਡੇ ਕੋਲ ਰੇਖਾਖੰਡ ED ਦਾ ਲੰਬ ਸਮਦੁਭਾਜਕ ਜਿਹੜਾ ਉਹ ਬਣ ਜਾਂਦਾ ਹੈ। ਠੀਕ ਹੈ, तो ਹੁਣ ਅਸੀਂ ਕੀ ਕਰਨਾ ਹੈ, ਇਸ ਲੰਬ ਸਮਦੁਭਾਜਕ ਨੂੰ, ਇਹ ਜਿਹੜਾ ਪੁਆਇੰਟ ਹੈ ਇਹਨੂੰ ਅਸੀਂ ਬਿੰਦੂ ਹੈ ਇਹਨੂੰ ਅਸੀਂ O ਮੰਨ ਲੈਂਦੇ ਹਾਂ। तो O ਤੋਂ ਅਸੀਂ 2.8 ਸੈਂਟੀਮੀਟਰ ਉੱਪਰ ਇੱਕ ਚਾਪ ਜਿਹੜੀ ਲਗਾਵਾਂਗੇ ਤੇ 2.8 ਸੈਂਟੀਮੀਟਰ ਹੇਠਾਂ ਇੱਕ ਚਾਪ ਲਗਾਵਾਂਗੇ। ਠੀਕ ਹੈ, ਬਿੰਦੂ B ਅਤੇ N ਪ੍ਰਾਪਤ ਕਰਨ ਦੇ ਲਈ। ਉਹਦੇ ਲਈ ਅਸੀਂ ਪ੍ਰਕਾਰ ਨੂੰ 2.8 ਸੈਂਟੀਮੀਟਰ ਖੋਲਾਂਗੇ। ਠੀਕ ਹੈ, ਇਹ ਵੈਸੇ 2.8 ਸੈਂਟੀਮੀਟਰ ਹੋ ਗਿਆ ਹੈ, ਦੇਖ ਸਕਦੇ ਹੋ। ਠੀਕ, तो ਹੁਣ ਬਿੰਦੂ O ਤੋਂ, ਹੁਣ ਬਿੰਦੂ O ਤੋਂ 2.8 ਸੈਂਟੀਮੀਟਰ ਉੱਪਰ ਜਿਹੜਾ ਅਸੀਂ ਇੱਕ ਚਾਪ ਲਗਾਵਾਂਗੇ। ਠੀਕ ਹੈ, ਇਹਦੇ ਨਾਲ ਸਾਡੇ ਕੋਲ ਬਿੰਦੂ ਜਿਹੜਾ B ਹੈ ਉਹ ਪ੍ਰਾਪਤ ਹੋਏਗਾ। ਇਸੇ ਢੰਗ ਦੇ ਨਾਲ ਬਿੰਦੂ O ਨੂੰ ਕੇਂਦਰ ਮੰਨ ਕੇ ਅਸੀਂ ਹੇਠਾਂ 2.8 ਸੈਂਟੀਮੀਟਰ ਦੀ ਚਾਪ ਲਗਾਵਾਂਗੇ ਤੇ ਇਹਦੇ ਨਾਲ ਸਾਡੇ ਕੋਲ ਇਸ ਲੰਬ ਸਮਦੁਭਾਜਕ ਤੇ ਬਿੰਦੂ N ਹੈ ਜਿਹੜਾ ਉਹ ਪ੍ਰਾਪਤ ਹੋ ਜਾਏਗਾ। ਠੀਕ ਹੈ, तो ਇਹ ਸਾਡੇ ਕੋਲ ਬਿੰਦੂ B ਹੈ ਔਰ ਇਹ ਸਾਡੇ ਕੋਲ ਬਿੰਦੂ N ਹੈ। ਠੀਕ ਹੈ, ਹੁਣ ਅਸੀਂ BE EN ND DB ਨੂੰ ਜੁਆਇਨ ਕਰ ਦਾਂਗੇ, ਸਾਡੇ ਕੋਲ ਲੋੜੀਂਦਾ ਸਮਚਤੁਰਭੁਜ ਪ੍ਰਾਪਤ ਹੋ ਜਾਏਗਾ। ਉਹਦੇ ਲਈ ਅਸੀਂ B ਨੂੰ E ਦੇ ਨਾਲ ਜੁਆਇਨ ਕਰਾਂਗੇ ਤੇ E ਨੂੰ N ਦੇ ਨਾਲ ਜੁਆਇਨ ਕਰਾਂਗੇ, N ਨੂੰ ਅੱਗੇ D ਦੇ ਨਾਲ ਜੁਆਇਨ ਕਰਾਂਗੇ ਤੇ B ਨੂੰ ਅਸੀਂ D ਦੇ ਨਾਲ ਵੀ ਜੁਆਇਨ ਕਰਾਂਗੇ। ਠੀਕ ਹੈ, तो ਇਸ ਢੰਗ ਦੇ ਨਾਲ ਸਾਨੂੰ ਜਿਹੜੀ ਲੋੜੀਂਦੀ ਸਮਚਤੁਰਭੁਜ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਠੀਕ ਹੈ, ਸਮਚਤੁਰਭੁਜ ਜਿਹੜੀ ਰੋਮਬਸ ਹੈ ਇਹਦੇ ਜਿਹੜੇ ਵਿਕਰਨ ਨੇ ਉਹ ਇੱਕ ਦੂਸਰੇ ਨੂੰ ਬਾਈਸੈਕਟ ਕਰਦੇ ਨੇ, ਸਮਦੁਭਾਜ ਕਰਦੇ ਨੇ 90 ਡਿਗਰੀ ਦੇ ਉੱਤੇ। ਸੋ ਇਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕੋਲ ਲੋੜੀਂਦੀ ਸਮਚਤੁਰਭੁਜ ਹੈ। ਹੁਣ ਅਸੀਂ ਇਹਦੇ ਰਚਨਾ ਦੇ ਭਾਗ ਹੈ ਜਿਹੜੇ ਉਹ ਲਿਖਾਂਗੇ। ਜੋ ਵੀ ਅਸੀਂ ਇਹਦੇ ਵਿੱਚ ਕੀਤਾ ਹੈ ਉਹ ਸਾਰੇ ਪੁਆਇੰਟ ਜਿਹੜੇ ਆਪਾਂ ਨੋਟ ਕਰਾਂਗੇ। ਰਚਨਾ ਦੇ ਭਾਗ, ਹਾਂਜੀ, तो नंबर 1 सब तो पहला ਅਸੀਂ ਕੀ ਕੀਤਾ ਹੈ, ਸਭ ਤੋਂ ਪਹਿਲਾਂ ਅਸੀਂ ਇੱਕ ਰੇਖਾਖੰਡ ED 6.5 ਸੈਂਟੀਮੀਟਰ ਜਿਹੜਾ ਖਿੱਚਿਆ ਸੀ। ਠੀਕ ਹੈ, तो ਇੱਕ ਰੇਖਾਖੰਡ ED ED 6.5 सेंटीमीटर लंबा खींचो। रेखाखंड ED 6.5 सेंटीमीटर लंबा खींचो। उस तो बाद दूसरा पॉइंट असी की कीता है, फिर असी ED दा लंब समदुभाजक जिहड़ा एक खिंचिया है, तो ED दा लंब समदुभाजक खिंचो। जो कि ED नू बिंदु O ते कटे।
इस तो बाद तीसरा पॉइंट, तो लंब समदुपादक कटण तो बाद, लंब समदुपादक खिंचण तो बाद फिर ਅਸੀਂ ਉਹਨੂੰ ਕੇਂਦਰ ਮੰਨ ਕੇ ਰੇਖਾਖੰਡ ਦੇ ਇੱਥੇ ਅਸੀਂ 2.8 ਸੈਂਟੀਮੀਟਰ ਤੇ ਇੱਕ ਜਿਹੜਾ ਇਸ ਤੋਂ ਬਾਅਦ O ਨੂੰ ਕੇਂਦਰ ਮੰਨ ਕੇ O ਬਿੰਦੂ ਤੋਂ ਅਸੀਂ 2.8 ਸੈਂਟੀਮੀਟਰ ਦੀ ਇੱਕ ਚਾਪ ਜਿਹੜੀ ਆ ਉੱਪਰ ਲਗਾਈ ਸੀ। ਠੀਕ ਹੈ, ਜਿਹਦੇ ਨਾਲ ਸਾਡੇ ਕੋਲ B ਬਿੰਦੂ ਜਿਹੜਾ ਪ੍ਰਾਪਤ ਹੋਇਆ ਸੀ ਤੇ 2.8 ਸੈਂਟੀਮੀਟਰ ਦੀ ਚਾਪ, 2.8 ਸੈਂਟੀਮੀਟਰ ਅਰਧ ਵਿਆਸ ਦੀ ਚਾਪ ਹੀ ਆਪਾਂ ਹੇਠਾਂ ਲਗਾਈ ਸੀ, ਜਿਹਦੇ ਨਾਲ ਸਾਨੂੰ ਬਿੰਦੂ N ਜਿਹੜਾ ਪ੍ਰਾਪਤ ਹੋਇਆ ਸੀ। ਠੀਕ, ਸੋ ਉਹ ਬਿੰਦੂ O ਨੂੰ ਅਰਧ ਵਿਆਸ ਮੰਨ ਕੇ 2.8 ਸੈਂਟੀਮੀਟਰ ਅਰਧ ਵਿਆਸ ਦੀਆਂ ਦੋ ਚਾਪਾਂ ਅਸੀਂ ਲਗਾਉਣੀਆਂ ਜਿਹੜੀਆਂ ਕਿ ਲੰਬ ਸਮਦੁਭਾਜਕ ਨੂੰ ਬਿੰਦੂ B ਅਤੇ N ਤੇ ਕੱਟਣ। ਬਿੰਦੂ O ਨੂੰ ਕੇਂਦਰ ਮੰਨ ਕੇ 2.8 ਸੈਂਟੀਮੀਟਰ ਅਰਧ ਵਿਆਸ ਦੀਆਂ दो चापा लगाओ जो कि लंब समदुभाजक नूं बिंदु B ਅਤੇ N ਉੱਤੇ ਕੱਟਣ। ठीक है, तो ਇਹਦੇ ਨਾਲ ਸਾਡੇ ਕੋਲ ਚਾਰ ਹੀ ਜਿਹੜੇ ਸਿਖਰ ਹੈ ਸਮਚਤੁਰਭੁਜ ਦੇ ਰੋਮਬਸ ਦੇ ਉਹ ਸਾਨੂੰ ਪ੍ਰਾਪਤ ਹੋ ਜਾਂਦੇ ਆ। ਇਸ ਤੋਂ ਬਾਅਦ BE EN ND DB ਨੂੰ ਮਿਲਾਓ। तो अगला ਸਾਡੇ ਕੋਲ ਪੁਆਇੰਟ ਹੈ, ਚੌਥਾ ਭਾਗ ਹੈ ਰਚਨਾ ਦਾ, BE EN ND ਅਤੇ DB ਨੂੰ ਮਿਲਾਓ। ठीक है, ਜਾਂ ਖਿੱਚੋ ਅਸੀਂ ਲਿਖ ਸਕਦੇ ਹਾਂ, ਜਾਂ B ਨੂੰ E ਨਾਲ ਮਿਲਾਓ, E ਨੂੰ N ਨਾਲ ਮਿਲਾਓ, N ਨੂੰ D ਨਾਲ ਮਿਲਾਓ, D ਨੂੰ B ਦੇ ਨਾਲ ਮਿਲਾਓ। ਠੀਕ ਹੈ, तो ਇਹਦੇ ਨਾਲ ਸਾਡੇ ਕੋਲ ਜਿਹੜਾ BEND ਲੋੜੀਂਦਾ ਸਮਚਤੁਰਭੁਜ ਹੈ। ठीक है, तो बहुत छोटा जिहा क्वेश्चन है, तो इस ढंग दे नाल असीं इहनूं बना सकते हैं।